ਚੋਣਾਂ ਦਾ ਮੌਸਮ ਆ ਗਿਆ ਹੈ ਤੇ ਫਸਲੀ ਬਟੇਰੇ ਇੱਕ ਵਾਰ ਫੇਰ ਪੰਜਾਬ 'ਚ ਨਜ਼ਰ ਆਉਣ ਲੱਗ ਗਏ ਨੇ। ਇਹਨਾਂ ਦੇ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਨੇ 5 ਸਾਲ ਪੰਜਾਬ 'ਚ ਆਪਣੀ ਸ਼ਕਲ ਨਹੀਂ ਦਿਖਾਈ, ਕੱਲ 5 ਸਾਲਾਂ ਬਾਅਦ ਸਾਡੇ ਲੰਬੀ ਹਲਕੇ 'ਚ ਪਹੁੰਚੇ ਤੇ ਬੜੀ ਵੱਡੀ ਗੱਲਾਂ ਉੱਥੇ ਉਹਨਾਂ ਨੇ ਕੀਤੀਆਂ। ਸੁਰੱਖਿਆ ਕਵਚ, ਸਾਡਾ ਮੁਹੱਲਾ ਕਲੀਨਿਕ ਦਾ ਮਾਡਲ, ਸਾਡਾ ਐਜੂਕੇਸ਼ਨ, ਬਹੁਤ ਸਾਰੀ ਗੱਲਾਂ ਕੀਤੀਆਂ। ਹੁਣ ਇਹਨਾਂ ਦਾ ਝੂਠ ਤਾਂ ਮੇਰਾ ਖਿਆਲ ਉਹ ਤਾਂ ਲੋਕੀ 2017 'ਚ ਹੀ ਸਮਝ ਗਏ ਸੀਗੇ, ਜਿੱਥੇ 20 ਬੰਦੇ ਇਹਨਾਂ ਦੇ ਜਿਤਾ ਕੇ MLA ਬਣਾ ਕੇ ਓਪੋਜੀਸ਼ਨ ਦਾ ਵੱਡਾ ਮਾਣ ਇਹਨਾਂ ਨੂੰ ਬਖਸ਼ਿਆ। ਲੇਕਿਨ ਪਿਛਲੇ 5 ਸਾਲਾਂ 'ਚ ਇਸ ਓਪੋਜੀਸ਼ਨ ਨੇ ਕਿਹੜਾ ਕੰਮ ਕਰਾ ਕੇ ਦਿਖਾਇਆ ਸਰਕਾਰ ਤੋਂ ਜਿਹੜਾ ਲੋਕਾਂ ਦੇ ਹੱਕ ਵਿੱਚ ਹੈ? ਤੇ ਨਤੀਜਾ ਆ ਕਿ 20 ਵਿੱਚੋਂ 11 ਤਾਂ ਕਾਂਗਰਸ ਵਿੱਚ ਭੱਜ ਗਏ ਨੇ, ਇੱਕ ਅੱਧਾ ਹੋਰ ਭੱਜਣ ਨੂੰ ਤਿਆਰ ਹੈ। ਤੇ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਭਾਵੇਂ ਇਹਨਾਂ ਦੇ 4 MP ਜਿਤਾਏ, 3 ਛੱਡ ਕੇ ਚਲੇ ਗਏ, ਉਹ ਵੀ ਸੁੱਕੜ ਕੇ ਇੱਕ 'ਚ ਆ ਗਿਆ। ਭਾਵੇਂ 20 ਇਹਨਾਂ ਦੇ MLA ਜਿਤਾਏ, ਉਹ ਵੀ 12 ਭੱਜ ਗਏ ਤੇ ਉਹ ਵੀ ਮਸਾ 7-8 ਜੇ ਬਚ ਗਏ ਜਿਹੜੇ ਭੱਜਣ ਨੂੰ ਤਿਆਰ ਨੇ। ਹੁਣ ਮੈਂ ਸਿਰਫ ਇਹੀ ਕਹਾਂਗੀ ਕਿ ਜਿਹੜਾ ਇਨਸਾਨ ਅੰਨਾ ਹਜ਼ਾਰੇ ਦੀ ਮੂਵਮੈਂਟ ਪੂਰੇ ਦੇਸ਼ ਵਿੱਚ ਲਾ ਕੇ ਅੰਨਾ ਹਜ਼ਾਰੇ ਦੇ ਕੰਧਿਆਂ ਤੇ ਚੜ੍ਹ ਕੇ ਲੋਕਪਾਲ ਬਿੱਲ ਦੀ ਗੱਲ ਕਰਦਾ ਸੀ ਤੇ ਉਹਦੇ ਬਾਅਦ ਕਹਿੰਦਾ ਕਿ ਲੋਕਪਾਲ ਲਾਗੂ ਕਰਨ ਵਾਸਤੇ ਭ੍ਰਿਸ਼ਟ ਕਾਂਗਰਸ ਨੂੰ ਜੇਲ੍ਹ ਵਿੱਚ ਸ਼ੀਲਾ ਦੀਕਸ਼ਤ ਨੂੰ ਧੱਕਣ ਵਾਸਤੇ ਹੀ ਮੈਨੂੰ ਇੱਕ ਸਿਆਸੀ ਪਾਰਟੀ ਚਲਾਉਣੀ ਪੈ ਰਹੀ ਹੈ, ਬਣਾਉਣੀ ਪੈ ਰਹੀ ਹੈ। ਤੇ ਇਹਨੇ ਆਪਣੀ ਆਮ ਆਦਮੀ ਪਾਰਟੀ ਬਣਾਈ। ਪਹਿਲੇ ਤਾਂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ, ਉਹਦੇ ਬਾਅਦ ਲੋਕਾਂ ਨੂੰ ਅੱਜ ਤਾਈਂ 10 ਸਾਲ ਹੋਣ ਤੋਂ ਆਇਆ, ਅੱਜ ਤਾਈਂ ਲੋਕਪਾਲ ਬਿੱਲ ਦਿੱਲੀ 'ਚ ਲਾਗੂ ਨਹੀਂ ਕੀਤਾ। ਫਿਰ ਜਦ ਸਰਕਾਰ ਬਣਦੇ ਇਹਨਾਂ ਦੇ ਕੁਝ ਸੀਟਾਂ ਘੱਟ ਰਹਿ ਗਈਆਂ ਤੇ ਜਦ ਜਿੱਤਿਆ ਸੀ ਕਹਿੰਦਾ ਸੀ ਆਪਦੇ ਬੱਚਿਆਂ ਦੀ ਸੌ ਖਾਂਦਾ, ਮੈਂ ਕਿਸੇ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਤਾਂ ਗਠਬੰਧਨ ਦੀ ਸਰਕਾਰ ਨਹੀਂ ਬਣਾਵਾਂ। ਆਪਾਂ ਸਾਰੇ ਜਾਣਦੇ ਕਿ ਕਾਂਗਰਸ ਦੇ ਨਾਲ ਗਠਬੰਧਨ ਦੀ ਸਰਕਾਰ ਬਣਾਈ ਤੇ ਕਾਂਗਰਸ ਦੀ B ਟੀਮ ਹੁਣ ਪੰਜਾਬ 'ਚ ਵੀ ਦੇਖਣ ਨੂੰ ਮਿਲੀ। ਲੇਕਿਨ ਅਫਸੋਸ ਦੀ ਗੱਲ ਆ ਹੈਗੀ ਕਿ ਕੱਲ ਸਾਡੇ ਲੰਬੀ ਹਲਕੇ ਵਿੱਚ ਆਏ ਸਰ ਬਾਦਲ ਦੇ ਖਿਲਾਫ ਇਹਨਾਂ ਨੇ ਆਪਣਾ ਇੱਕ MLA ਦਿੱਲੀ ਤੋਂ, ਇੱਕ ਸਰਦਾਰ ਸਿੱਖ MLA ਜਰਨੈਲ ਸਿੰਘ ਜੀ ਨੂੰ ਭੇਜਿਆ ਸੀਗਾ ਇੱਥੇ ਲੜਨ ਵਾਸਤੇ। ਅੱਡ ਗੱਲ ਹੈ ਕਿ ਜ਼ਮਾਨਤ ਉਹਨਾਂ ਦੀ ਜ਼ਬਤ ਹੋ ਗਈ। ਲੇਕਿਨ ਅਫਸੋਸ ਮੈਨੂੰ ਆ ਲੱਗਿਆ ਕਿ ਜਦ ਆਪਣੇ ਮੁਹੱਲਾ ਕਲੀਨਿਕ ਦੇ ਮਾਡਲ ਤਾਂ ਆਪਾਂ ਸਾਰਿਆਂ ਨੇ ਦੇਖ ਹੀ ਲਿੱਤਾ, ਕੋਵਿਡ ਦੇ ਸਮੇਂ ਕਿਵੇਂ ਲਾਸ਼ਾਂ ਦੇ ਢੇਰ ਸੜਕਾਂ 'ਚ ਪਈਆਂ ਹੋਈਆਂ ਸੀ, ਅੱਧੀ ਦਿੱਲੀ ਤਾਂ ਭੱਜ ਪੰਜਾਬ ਆ ਰਹੀ ਸੀ ਇਲਾਜ ਕਰਾਉਣ ਵਾਸਤੇ। ਲੇਕਿਨ ਆਹ ਜਰਨੈਲ ਸਿੰਘ ਜੀ ਦਾ ਮੈਨੂੰ ਇੱਕ ਟਵੀਟ ਮਿਲਿਆ, ਜਿਹੜਾ ਤਰੀਕ ਹੈਗੀ ਇਹ 29 ਅਪ੍ਰੈਲ ਦੀ, ਜਿੱਥੇ ਇਹਨਾਂ ਦੇ ਹੀ ਆਪਣੇ MLA ਜਰਨੈਲ ਸਿੰਘ ਮਿੰਨਤਾਂ ਕੱਢ ਰਹੇ ਨੇ, ਰੋ ਰਹੇ ਨੇ ਕਿ ਮੈਨੂੰ ਕੋਵਿਡ ਹੈਗਾ, ਮੈਨੂੰ ਇੱਕ ਬੈੱਡ ਦਿਲਵਾ ਦਿਓ, ਮੇਰਾ ਆਕਸੀਜਨ ਲੈਵਲ ਘਟੀ ਜਾ ਰਿਹਾ ਹੈ। ਇਹ ਤਰਲੇ ਮਾਰਦੇ ਇਹਨਾਂ ਦੇ ਆਪਣੇ ਇੱਕ MLA ਲੈਵਲ ਦੇ ਬੰਦੇ ਦੀ ਇਹ ਆਪਣੀ ਜਾਨ ਗਵਾ ਬੈਠੇ। ਉਹਨਾਂ ਨੂੰ ਤਾਂ ਕੀ ਇੱਥੇ ਆ ਕੇ ਸ਼ਰਧਾਂਜਲੀ ਦੇਣੀ ਸੀ, ਯਾਦ ਕਰਨਾ ਸੀ। ਲੇਕਿਨ ਜਿਹੜੇ ਇਹ ਦਿੱਲੀ ਮਾਡਲ ਦਾ ਮੁਹੱਲਾ ਕਲੀਨਿਕ ਦਾ ਮਾਡਲ ਪੰਜਾਬ 'ਚ ਲਾਗੂ ਕਰਾਉਣਾ ਚਾਹੁੰਦੇ ਨੇ, ਉਹ ਮਾਡਲ ਦਿੱਲੀ ਵਾਲਿਆਂ ਨੇ ਵੀ ਦੇਖ ਲਿਆ ਤੇ TV ਦੇ ਰਾਹੀਂ ਆਪਾਂ ਸਾਰਿਆਂ ਨੇ ਦੇਖ ਲਿਆ। ਤੇ ਜੇ ਕੋਈ ਭੁਲੇਖਾ ਹੈਗਾ ਤੇ ਫਿਰ ਆਪਣੇ ਹੀ ਇਸ MLA ਦੀ ਜਾਨ ਜਿਹੜਾ ਬੰਦਾ ਬਚਾ ਨਹੀਂ ਸਕਿਆ ਤੇ ਕਹਿੰਦੇ ਮੈਂ ਸੁਰੱਖਿਆ ਕਵਚ ਦੇਣਾ ਹੈ, ਮੈਂ ਸਿਵਲ ਹਸਪਤਾਲ ਇੰਨੇ ਚੰਗੇ ਕਰਤੇ, ਮੈਂ ਮੁਹੱਲਾ ਕਲੀਨਿਕ, ਆ ਸਾਰਾ ਕੁਝ ਆ ਬੰਨੇ ਹੱਥ। ਇਹੋ ਜਿਹੀ ਚੀਜ਼ਾਂ ਸਾਡੇ ਪੰਜਾਬ 'ਚ ਲੋੜ ਨਹੀਂ। ਝੂਠ ਮਾਰਨਾ ਹੈ, ਤੁਹਾਡੇ ਕੋਲ ਉੱਤਰਾਖੰਡ ਵੀ ਹੈਗਾ, ਤੁਹਾਡੇ ਕੋਲ ਗੋਆ ਵੀ ਹੈਗਾ, ਤੁਹਾਡੇ ਕੋਲ ਗੁਜਰਾਤ ਵੀ ਹੈਗਾ, ਤੁਹਾਡੇ ਕੋਲ UP ਵੀ ਹੈਗਾ, ਸਾਰੀ ਜਗ੍ਹਾ ਤੁਸੀਂ ਫਿਰਦੇ ਹੋ। ਦਿੱਲੀ ਵਾਸਤੇ ਤਾਂ ਸਮਾਂ ਨਹੀਂ, ਤਾਂ ਹੀ ਇਹ ਹਾਲਾਤ ਦਿੱਲੀ ਵਾਲਿਆਂ ਦੇ ਹੋ ਰਹੇ ਨੇ। ਤੇ ਮੇਰਾ ਅਖੀਰ 'ਚ ਉਹਨਾਂ ਨੂੰ ਆਹੀ ਸਵਾਲ, ਵੱਡੀ ਜਿਹੜੇ ਤੁਸੀਂ ਵਾਅਦੇ ਕਰਦੇ ਹੋ, ਬਸ ਇੰਨਾ ਹੀ ਦੱਸ ਦਿਓ ਕਿ ਦਿੱਲੀ 'ਚ ਕੋਈ ਗਰੀਬ ਨਹੀਂ ਹੈਗਾ, ਕੋਈ ਔਰਤ ਨਹੀਂ ਹੈਗੀ, ਕਿ ਉਹਨਾਂ ਦੇ ਖਾਤੇ ਵਿੱਚ 1000 ਰੁਪਏ ਤੁਸੀਂ ਪਾਤੇ, ਕਿ ਉਹਨਾਂ ਦੇ 300 ਯੂਨਿਟ ਬਿਜਲੀ ਮਾਫ ਕਰਾਤੇ। ਜਿਹੜੇ ਵਾਅਦੇ ਲਾਰੇ ਤੁਸੀਂ ਦਿੱਲੀ ਵਿੱਚ ਲਾ ਰਹੇ ਹੋ, ਪੰਜਾਬ ਵਿੱਚ ਲਾ ਰਹੇ ਹੋ, ਉਹ ਦਿੱਲੀ ਵਿੱਚ ਤਾਂ ਲਾਗੂ ਕਰਕੇ ਦਿਖਾ ਦਿਓ ਜਿੱਥੇ 10 ਸਾਲਾਂ ਤੋਂ ਤੁਹਾਡੀ ਸਰਕਾਰ ਹੈ। ਤੇ ਇਹ ਜ਼ਰੂਰ ਕਰਨਾ ਕਿ ਜਿਹੜਾ ਹਲਫਨਾਮਾ ਤੁਸੀਂ ਸੁਪਰੀਮ ਕੋਰਟ 'ਚ ਦਿੱਤਾ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਵਿੱਚ ਜਾਣਾ ਚਾਹੀਦਾ ਹੈਗਾ, ਉਹ ਹਲਫਨਾਮਾ ਵੀ ਜ਼ਰੂਰ ਵਾਪਸ ਕਰਾ ਦਿਓ। ਤੇ ਹਾਈ ਕੋਰਟ ਵਿੱਚ ਜਿਹੜਾ ਤੁਸੀਂ ਕਿਹਾ ਕਿ ਸਾਰੇ ਪੰਜਾਬ ਦੇ ਥਰਮਲ ਬੰਦ ਕਰਾ ਦਿਓ ਕਿਉਂਕਿ ਦਿੱਲੀ ਦੀ ਹਵਾ ਖਰਾਬ ਹੋ ਰਹੀ ਹੈ, ਉਹਦਾ ਵੀ ਦੱਸ ਦਿਓ। ਕਿਉਂਕਿ ਸਾਫ਼ ਸੁਥਰੀ ਹਵਾ ਲੈਣ ਵਾਸਤੇ ਤੁਸੀਂ ਪੰਜਾਬ ਆਉਂਦੇ ਹੋ ਕਿਉਂਕਿ ਦਿੱਲੀ 'ਚ ਤੁਹਾਨੂੰ ਖੰਘ ਹੁੰਦੀ ਹੈ। ਜਿਹੜਾ ਬੰਦਾ 10 ਸਾਲ ਦਿੱਲੀ ਦੀ ਹਵਾ ਨਹੀਂ ਠੀਕ ਕਰਾ ਸਕਿਆ, ਆਪਣੀ ਖੰਘ ਦਾ ਇਲਾਜ ਕਰਨ ਵਾਸਤੇ ਤਾਂ ਬੰਗਲੌਰ ਜਾਂਦਾ ਹੈ, ਫਿਰ ਉਹ ਕਿਹੜੇ ਮੁਹੱਲਾ ਕਲੀਨਿਕ ਤੇ ਹੈਲਥ ਮਾਡਲ ਦੀ ਤੁਸੀਂ ਗੱਲਾਂ ਕਰਦੇ ਹੋ? ਜੇ ਇਹਨਾਂ ਤੁਹਾਡਾ ਹੈਲਥ ਮਾਡਲ ਵਧੀਆ ਹੁੰਦਾ ਤੇ ਖੰਘ ਦਾ ਇਲਾਜ ਕਰਾਉਣ ਵਾਸਤੇ ਤੁਹਾਨੂੰ ਬੰਗਲੌਰ ਨਹੀਂ ਭੱਜਣਾ ਹੁੰਦਾ, ਸਾਫ਼ ਸੁਥਰੀ ਹਵਾ 'ਚ ਸਾਹ ਲੈਣ ਵਾਸਤੇ ਪੰਜਾਬ ਦੇ ਗੋਆ ਦੇ ਗੇੜੇ ਨਹੀਂ ਲਾਣੇ ਪੈਂਦੇ। ਸੋ ਇਹੋ ਜਿਹੇ ਫਸਲੀ ਬਟੇਰਿਆਂ ਤੋਂ ਆਪਾਂ ਬਚੀਏ, ਜਿਹੜਾ ਝੂਠ ਮਾਰਦੇ ਨੇ ਦੂਜੇ ਸੂਬਿਆਂ 'ਚ ਤੇ ਕੰਮ ਆਪਣੇ ਸੂਬੇ ਵਿੱਚ ਕਰਨ ਦੇ ਬਜਾਏ ਉੱਥੋਂ ਭੱਜ ਦੂਜੇ ਸੂਬਿਆਂ 'ਚ ਭੱਜਦੇ ਨੇ। ਚੋਣਾਂ ਦਾ ਮੌਸਮ ਆ ਗਿਆ ਹੈ ਤੇ ਫਸਲੀ ਬਟੇਰੇ ਇੱਕ ਵਾਰ ਫੇਰ ਪੰਜਾਬ 'ਚ ਨਜ਼ਰ ਆਉਣ ਲੱਗ ਗਏ ਨੇ। ਇਹਨਾਂ ਦੇ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਨੇ 5 ਸਾਲ ਪੰਜਾਬ 'ਚ ਆਪਣੀ ਸ਼ਕਲ ਨਹੀਂ ਦਿਖਾਈ, ਕੱਲ 5 ਸਾਲਾਂ ਬਾਅਦ
ਸਾਡੇ ਲੰਬੀ ਹਲਕੇ 'ਚ ਪਹੁੰਚੇ ਤੇ ਬੜੀ ਵੱਡੀ ਵੱਡੀ ਗੱਲਾਂ ਉੱਥੇ ਉਹਨਾਂ ਨੇ ਕੀਤੀਆਂ। ਸੁਰੱਖਿਆ ਕਵਚ, ਸਾਡਾ ਮੁਹੱਲਾ ਕਲੀਨਿਕ ਦਾ ਮਾਡਲ, ਸਾਡਾ ਐਜੂਕੇਸ਼ਨ, ਬਹੁਤ ਸਾਰੀ ਗੱਲਾਂ ਕੀਤੀਆਂ। ਹੁਣ ਇਹਨਾਂ ਦਾ ਝੂਠ ਤਾਂ ਮੇਰਾ ਖਿਆਲ ਉਹ ਤਾਂ ਲੋਕੀ 2017 'ਚ ਹੀ ਸਮਝ ਗਏ ਸੀਗੇ, ਜਿੱਥੇ 20 ਬੰਦੇ ਇਹਨਾਂ ਦੇ ਜਿਤਾ ਕੇ MLA ਬਣਾ ਕੇ ਆਪੋਜੀਸ਼ਨ ਦਾ ਵੱਡਾ ਮਾਣ ਇਹਨਾਂ ਨੂੰ ਬਖਸ਼ਿਆ। ਲੇਕਿਨ ਪਿਛਲੇ 5 ਸਾਲਾਂ 'ਚ ਇਸ ਆਪੋਜੀਸ਼ਨ ਨੇ ਕਿਹੜਾ ਕੰਮ ਕਰਾ ਕੇ ਦਿਖਾਇਆ ਸਰਕਾਰ ਤੋਂ ਜਿਹੜਾ ਲੋਕਾਂ ਦੇ ਹੱਕ ਵਿੱਚ ਹੈ? ਤੇ ਨਤੀਜਾ ਆ ਕਿ 20 ਵਿੱਚੋਂ 11 ਤਾਂ ਕਾਂਗਰਸ ਵਿੱਚ ਭੱਜ ਗਏ ਨੇ, ਇੱਕ ਅੱਧਾ ਹੋਰ ਭੱਜਣ ਨੂੰ ਤਿਆਰ ਹੈ। ਤੇ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਭਾਵੇਂ ਇਹਨਾਂ ਦੇ 4 MP ਜਿਤਾਏ, 3 ਛੱਡ ਕੇ ਚਲੇ ਗਏ, ਉਹ ਵੀ ਸੁੱਕੜ ਕੇ ਇੱਕ 'ਚ ਆ ਗਿਆ। ਭਾਵੇਂ 20 ਇਹਨਾਂ ਦੇ MLA ਜਿਤਾਏ, ਉਹ ਵੀ 12 ਭੱਜ ਗਏ ਤੇ ਉਹ ਵੀ ਮਸਾ 7-8 ਜੇ ਬਚ ਗਏ ਜਿਹੜੇ ਭੱਜਣ ਨੂੰ ਤਿਆਰ ਨੇ। ਹੁਣ ਮੈਂ ਸਿਰਫ ਇਹੀ ਕਹਾਂਗੀ ਕਿ ਜਿਹੜਾ ਇਨਸਾਨ ਅੰਨਾ ਹਜ਼ਾਰੇ ਦੀ ਮੂਵਮੈਂਟ ਪੂਰੇ ਦੇਸ਼ ਵਿੱਚ ਲਾ ਕੇ ਅੰਨਾ ਹਜ਼ਾਰੇ ਦੇ ਕੰਧਿਆਂ ਤੇ ਚੜ੍ਹ ਕੇ ਲੋਕਪਾਲ ਬਿੱਲ ਦੀ ਗੱਲ ਕਰਦਾ ਸੀ ਤੇ ਉਹਦੇ ਬਾਅਦ ਕਹਿੰਦਾ ਕਿ ਲੋਕਪਾਲ ਲਾਗੂ ਕਰਨ ਵਾਸਤੇ ਭ੍ਰਿਸ਼ਟ ਕਾਂਗਰਸ ਨੂੰ ਜੇਲ੍ਹ ਵਿੱਚ ਸ਼ੀਲਾ ਦੀਕਸ਼ਤ ਨੂੰ ਧੱਕਣ ਵਾਸਤੇ ਹੀ ਮੈਨੂੰ ਇੱਕ ਸਿਆਸੀ ਪਾਰਟੀ ਚਲਾਣੀ ਪੈ ਰਹੀ ਹੈ, ਬਣਾਉਣੀ ਪੈ ਰਹੀ ਹੈ। ਤੇ ਇਹਨੇ ਆਪਣੀ ਆਮ ਆਦਮੀ ਪਾਰਟੀ ਬਣਾਈ। ਪਹਿਲੇ ਤਾਂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ, ਉਹਦੇ ਬਾਅਦ ਲੋਕਾਂ ਨੂੰ ਅੱਜ ਤਾਈਂ 10 ਸਾਲ ਹੋਣ ਤੋਂ ਆਇਆ, ਅੱਜ ਤਾਈਂ ਲੋਕਪਾਲ ਬਿੱਲ ਦਿੱਲੀ 'ਚ ਲਾਗੂ ਨਹੀਂ ਕੀਤਾ। ਫਿਰ ਜਦ ਸਰਕਾਰ ਬਣਦੇ ਬਣਦੇ ਇਹਨਾਂ ਦੇ ਕੁਝ ਸੀਟਾਂ ਘੱਟ ਰਹਿ ਗਈਆਂ ਤੇ ਜਦ ਜਿੱਤਿਆ ਸੀ ਕਹਿੰਦਾ ਸੀ ਆਪਦੇ ਬੱਚਿਆਂ ਦੀ ਸੌ ਖਾਂਦਾ, ਮੈਂ ਕਿਸੇ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਤਾਂ ਗਠਬੰਧਨ ਦੀ ਸਰਕਾਰ ਨਹੀਂ ਬਣਾਵਾਂ। ਆਪਾਂ ਸਾਰੇ ਜਾਣਦੇ ਕਿ ਕਾਂਗਰਸ ਦੇ ਨਾਲ ਗਠਬੰਧਨ ਦੀ ਸਰਕਾਰ ਬਣਾਈ ਤੇ ਕਾਂਗਰਸ ਦੀ B ਟੀਮ ਹੁਣ ਪੰਜਾਬ 'ਚ ਵੀ ਦੇਖਣ ਨੂੰ ਮਿਲੀ। ਲੇਕਿਨ ਅਫਸੋਸ ਦੀ ਗੱਲ ਆ ਹੈਗੀ ਕਿ ਕੱਲ ਸਾਡੇ ਲੰਬੀ ਹਲਕੇ ਵਿੱਚ ਆਏ ਸਰ ਬਾਦਲ ਦੇ ਖਿਲਾਫ ਇਹਨਾਂ ਨੇ ਆਪਣਾ ਇੱਕ MLA ਦਿੱਲੀ ਤੋਂ, ਇੱਕ ਸਰਦਾਰ ਸਿੱਖ MLA ਜਰਨੈਲ ਸਿੰਘ ਜੀ ਨੂੰ ਭੇਜਿਆ ਸੀਗਾ ਇੱਥੇ ਲੜਨ ਵਾਸਤੇ। ਅੱਡ ਗੱਲ ਹੈ ਕਿ ਜ਼ਮਾਨਤ ਉਹਨਾਂ ਦੀ ਜ਼ਬਤ ਹੋ ਗਈ। ਲੇਕਿਨ ਅਫਸੋਸ ਮੈਨੂੰ ਆ ਲੱਗਿਆ ਕਿ ਜਦ ਆਪਣੇ ਮੁਹੱਲਾ ਕਲੀਨਿਕ ਦੇ ਮਾਡਲ ਤਾਂ ਆਪਾਂ ਸਾਰਿਆਂ ਨੇ ਦੇਖ ਹੀ ਲਿੱਤਾ, ਕੋਵਿਡ ਦੇ ਸਮੇਂ ਕਿਵੇਂ ਲਾਸ਼ਾਂ ਦੇ ਢੇਰ ਸੜਕਾਂ 'ਚ ਪਈਆਂ ਹੋਈਆਂ ਸੀ, ਅੱਧੀ ਦਿੱਲੀ ਤਾਂ ਭੱਜ ਪੰਜਾਬ ਆ ਰਹੀ ਸੀ ਇਲਾਜ ਕਰਾਉਣ ਵਾਸਤੇ। ਲੇਕਿਨ ਆਹ ਜਰਨੈਲ ਸਿੰਘ ਜੀ ਦਾ ਮੈਨੂੰ ਇੱਕ ਟਵੀਟ ਮਿਲਿਆ, ਜਿਹੜਾ ਤਰੀਕ ਹੈਗੀ ਇਹ 29 ਅਪ੍ਰੈਲ ਦੀ, ਜਿੱਥੇ ਇਹਨਾਂ ਦੇ ਹੀ ਆਪਣੇ MLA ਜਰਨੈਲ ਸਿੰਘ ਮਿੰਨਤਾਂ ਕੱਢ ਰਹੇ ਨੇ, ਰੋ ਰਹੇ ਨੇ ਕਿ ਮੈਨੂੰ ਕੋਵਿਡ ਹੈਗਾ, ਮੈਨੂੰ ਇੱਕ ਬੈੱਡ ਦਿਲਵਾ ਦਿਓ, ਮੇਰਾ ਆਕਸੀਜਨ ਲੈਵਲ ਘਟੀ ਜਾ ਰਿਹਾ ਹੈ। ਇਹ ਤਰਲੇ ਮਾਰਦੇ ਮਾਰਦੇ ਇਹਨਾਂ ਦੇ ਆਪਣੇ ਇੱਕ MLA ਲੈਵਲ ਦੇ ਬੰਦੇ ਦੀ ਇਹ ਆਪਣੀ ਜਾਨ ਗਵਾ ਬੈਠੇ। ਉਹਨਾਂ ਨੂੰ ਤਾਂ ਕੀ ਇੱਥੇ ਆ ਕੇ ਸ਼ਰਧਾਂਜਲੀ ਦੇਣੀ ਸੀ, ਯਾਦ ਕਰਨਾ ਸੀ। ਲੇਕਿਨ ਜਿਹੜੇ ਇਹ ਦਿੱਲੀ ਮਾਡਲ ਦਾ ਮੁਹੱਲਾ ਕਲੀਨਿਕ ਦਾ ਮਾਡਲ ਪੰਜਾਬ 'ਚ ਲਾਗੂ ਕਰਾਉਣਾ ਚਾਹੁੰਦੇ ਨੇ, ਉਹ ਮਾਡਲ ਦਿੱਲੀ ਵਾਲਿਆਂ ਨੇ ਵੀ ਦੇਖ ਲਿਆ ਤੇ TV ਦੇ ਰਾਹੀਂ ਆਪਾਂ ਸਾਰਿਆਂ ਨੇ ਦੇਖ ਲਿਆ। ਤੇ ਜੇ ਕੋਈ ਭੁਲੇਖਾ ਹੈਗਾ ਤੇ ਫਿਰ ਆਪਣੇ ਹੀ ਇਸ MLA ਦੀ ਜਾਨ ਜਿਹੜਾ ਬੰਦਾ ਬਚਾ ਨਹੀਂ ਸਕਿਆ ਤੇ ਕਹਿੰਦੇ ਮੈਂ ਸੁਰੱਖਿਆ ਕਵਚ ਦੇਣਾ ਹੈ, ਮੈਂ ਸਿਵਲ ਹਸਪਤਾਲ ਇੰਨੇ ਚੰਗੇ ਕਰਤੇ, ਮੈਂ ਮੁਹੱਲਾ ਕਲੀਨਿਕ, ਆ ਸਾਰਾ ਕੁਝ ਆ ਬੰਨੇ ਹੱਥ। ਇਹੋ ਜਿਹੀ ਚੀਜ਼ਾਂ ਸਾਡੇ ਪੰਜਾਬ 'ਚ ਲੋੜ ਨਹੀਂ। ਝੂਠ ਮਾਰਨਾ ਹੈ, ਤੁਹਾਡੇ ਕੋਲ ਉੱਤਰਾਖੰਡ ਵੀ ਹੈਗਾ, ਤੁਹਾਡੇ ਕੋਲ ਗੋਆ ਵੀ ਹੈਗਾ, ਤੁਹਾਡੇ ਕੋਲ ਗੁਜਰਾਤ ਵੀ ਹੈਗਾ, ਤੁਹਾਡੇ ਕੋਲ UP ਵੀ ਹੈਗਾ, ਸਾਰੀ ਜਗ੍ਹਾ ਤੁਸੀਂ ਫਿਰਦੇ ਹੋ। ਦਿੱਲੀ ਵਾਸਤੇ ਤਾਂ ਸਮਾਂ ਨਹੀਂ, ਤਾਂ ਹੀ ਇਹ ਹਾਲਾਤ ਦਿੱਲੀ ਵਾਲਿਆਂ ਦੇ ਹੋ ਰਹੇ ਨੇ। ਤੇ ਮੇਰਾ ਅਖੀਰ 'ਚ ਉਹਨਾਂ ਨੂੰ ਆਹੀ ਸਵਾਲ, ਵੱਡੀ ਜਿਹੜੇ ਤੁਸੀਂ ਵਾਅਦੇ ਕਰਦੇ ਹੋ, ਬਸ ਇੰਨਾ ਹੀ ਦੱਸ ਦਿਓ ਕਿ ਦਿੱਲੀ 'ਚ ਕੋਈ ਗਰੀਬ ਨਹੀਂ ਹੈਗਾ, ਕੋਈ ਔਰਤ ਨਹੀਂ ਹੈਗੀ, ਕਿ ਉਹਨਾਂ ਦੇ ਖਾਤੇ ਵਿੱਚ 1000 ਰੁਪਏ ਤੁਸੀਂ ਪਾਤੇ, ਕਿ ਉਹਨਾਂ ਦੇ 300 ਯੂਨਿਟ ਬਿਜਲੀ ਮਾਫ ਕਰਾਤੇ। ਜਿਹੜੇ ਵਾਅਦੇ ਲਾਰੇ ਤੁਸੀਂ ਦਿੱਲੀ ਵਿੱਚ ਲਾ ਰਹੇ ਹੋ, ਪੰਜਾਬ ਵਿੱਚ ਲਾ ਰਹੇ ਹੋ, ਉਹ ਦਿੱਲੀ ਵਿੱਚ ਤਾਂ ਲਾਗੂ ਕਰਕੇ ਦਿਖਾ ਦਿਓ ਜਿੱਥੇ 10 ਸਾਲਾਂ ਤੋਂ ਤੁਹਾਡੀ ਸਰਕਾਰ ਹੈ। ਤੇ ਇਹ ਜ਼ਰੂਰ ਕਰਨਾ ਕਿ ਜਿਹੜਾ ਹਲਫਨਾਮਾ ਤੁਸੀਂ ਸੁਪਰੀਮ ਕੋਰਟ 'ਚ ਦਿੱਤਾ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਵਿੱਚ ਜਾਣਾ ਚਾਹੀਦਾ ਹੈਗਾ, ਉਹ ਹਲਫਨਾਮਾ ਵੀ ਜ਼ਰੂਰ ਵਾਪਸ ਕਰਾ ਦਿਓ। ਤੇ ਹਾਈ ਕੋਰਟ ਵਿੱਚ ਜਿਹੜਾ ਤੁਸੀਂ ਕਿਹਾ ਕਿ ਸਾਰੇ ਪੰਜਾਬ ਦੇ ਥਰਮਲ ਬੰਦ ਕਰਾ ਦਿਓ ਕਿਉਂਕਿ ਦਿੱਲੀ ਦੀ ਹਵਾ ਖਰਾਬ ਹੋ ਰਹੀ ਹੈ, ਉਹਦਾ ਵੀ ਦੱਸ ਦਿਓ, ਕਿਉਂਕਿ ਸਾਫ਼ ਸੁਥਰੀ ਹਵਾ ਲੈਣ ਵਾਸਤੇ ਤੁਸੀਂ ਪੰਜਾਬ ਆਉਂਦੇ ਹੋ ਕਿਉਂਕਿ ਦਿੱਲੀ 'ਚ ਤੁਹਾਨੂੰ ਖੰਘ ਹੁੰਦੀ ਹੈ। ਜਿਹੜਾ ਬੰਦਾ 10 ਸਾਲ ਦਿੱਲੀ ਦੀ ਹਵਾ ਨਹੀਂ ਠੀਕ ਕਰਾ ਸਕਿਆ, ਆਪਣੀ ਖੰਘ ਦਾ ਇਲਾਜ ਕਰਨ ਵਾਸਤੇ ਤਾਂ ਬੰਗਲੌਰ ਜਾਂਦਾ ਹੈ, ਫਿਰ ਉਹ ਕਿਹੜੇ ਮੁਹੱਲਾ ਕਲੀਨਿਕ ਤੇ ਹੈਲਥ ਮਾਡਲ ਦੀ ਤੁਸੀਂ ਗੱਲਾਂ ਕਰਦੇ ਹੋ? ਜੇ ਇਹਨਾਂ ਤੁਹਾਡਾ ਹੈਲਥ ਮਾਡਲ ਵਧੀਆ ਹੁੰਦਾ ਤੇ ਖੰਘ ਦਾ ਇਲਾਜ ਕਰਾਉਣ ਵਾਸਤੇ ਤੁਹਾਨੂੰ ਬੰਗਲੌਰ ਨਹੀਂ ਭੱਜਣਾ ਹੁੰਦਾ, ਸਾਫ਼ ਸੁਥਰੀ ਹਵਾ 'ਚ ਸਾਹ ਲੈਣ ਵਾਸਤੇ ਪੰਜਾਬ ਦੇ ਗੋਆ ਦੇ ਗੇੜੇ ਨਹੀਂ ਲਾਣੇ ਪੈਂਦੇ। ਸੋ ਇਹੋ ਜਿਹੇ ਫਸਲੀ ਬਟੇਰਿਆਂ ਤੋਂ ਆਪਾਂ ਬਚੀਏ ਜਿਹੜਾ ਝੂਠ ਮਾਰਦੇ ਨੇ ਦੂਜੇ ਸੂਬਿਆਂ 'ਚ ਤੇ ਕੰਮ ਆਪਣੇ ਸੂਬੇ ਵਿੱਚ ਕਰਨ ਦੇ ਬਜਾਏ ਉੱਥੋਂ ਭੱਜ ਦੂਜੇ ਸੂਬਿਆਂ 'ਚ ਭੱਜਦੇ ਨੇ।
ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।